जय गुरु जी संगत जी। डिवाइन लव फॉर गुरु जी चैनल को सब्सक्राइब कीजिए एंड बेल आइकन को प्रेस कीजिए ताकि आपको लेटेस्ट सत्संग की वीडियोस के अपडेट्स आपको मिल सके। एंड प्लीज वीडियोस को भी लाइक कीजिए। जय गुरु जी। जय गुरु जी। गुरु जी ਦੀ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦੀ ਹਾਜ਼ਰੀ ਵਿੱਚ ਆਪਣਾ ਸਤਸੰਗ ਸ਼ੇਅਰ ਕਰ ਰਿਹਾ ਹਾਂ। ਗੁਰੂ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਗੁਰੂ ਜੀ ਦੀ ਹਾਜ਼ਰੀ ਵਿੱਚ ਆਈ ਗੁਰੂ ਜੀ ਦੀ ਪਿਆਰੀ ਸੰਗਤ ਅਤੇ ਸੇਵਾ ਕਰ ਰਹੀ ਸਾਰੀ ਮੈਨੇਜਮੈਂਟ ਟੀਮ ਨੂੰ ਗੁਰੂ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਅਤੇ ਸ਼ੁਕਰਾਨਾ। ਗੁਰੂ ਜੀ ਸਤਸੰਗ ਸ਼ੁਰੂ ਕਰਨ ਦੀਆਂ ਆਗਿਆ ਮੰਗਦਾ ਹਾਂ। ਗਲਤੀ ਬਖਸ਼ੋ ਗੁਰੂ ਜੀ, ਭੁੱਲ ਚੁੱਕ ਮਾਫ ਕਰਨਾ ਜੀ। ਪ੍ਰਭ ਡੋਰੀ ਹੱਥ ਤੁਮਾਰੇ। ਗੁਰੂ ਜੀ ਦੀ ਪਹਿਲੀ ਮੁਲਾਕਾਤ ਸੰਨ 1985 ਦੇ ਵਿੱਚ ਜਲੰਧਰ ਵਿੱਚ ਹੋਈ। ਪਿਤਾ ਜੀ ਦੇ ਫਰੈਂਡ ਸੀਗੇ, ਉਹ ਗੁਰੂ ਜੀ ਨੂੰ ਘਰ ਲੈ ਕੇ ਆਏ। ਗੁਰੂ ਜੀ ਨੂੰ ਗੁਰੂ ਜੀ ਨੇ ਵਾਈਟ ਸ਼ਰਟ ਔਰ ਵਾਈਟ ਪੈਂਟ ਪਾਈ ਹੋਈ ਸੀਗੀ। ਡਰਾइंग रूम ਚ ਆ ਕੇ ਬੈਠੇ। ਗੁਰੂ ਜੀ ਨੂੰ ਪਾਣੀ ਪਿਲਾਇਆ, ਕੋਲਡ ਡਰਿੰਕ ਲਿਆਂਦੀ। ਕੋਲਡ ਡਰਿੰਕ ਤਾਂ ਗੁਰੂ ਜੀ ਨੇ ਨਹੀਂ ਪੀਤੀ, ਮਨਾ ਵੀ ਨਹੀਂ ਕੀਤਾ ਉਹਨਾਂ ਨੇ। ਅੱਧਾ ਘੰਟਾ ਬੈਠੇ, ਚਲੇ ਗਏ। ਦਿਨ ਬੀਤਦੇ ਗਏ, ਮਹੀਨੇ ਲੰਘ ਗਏ। ਨਾ ਤਾਂ ਉਸ ਅੰਕਲ ਜੀ ਦਾ ਫੋਨ ਆਇਆ ਜਿਹੜੇ ਗੁਰੂ ਜੀ ਦੇ ਨਾਲ ਆਏ ਸੀਗੇ ਕਿ ਅੰਕਲ ਜੀ ਆਪਾਂ ਗੁਰੂ ਜੀ ਕੋਲ ਚੱਲੀਏ। ਨਾ ਹੀ ਪਿਤਾ ਜੀ ਨੇ ਉਹਨਾਂ ਨੂੰ ਫੋਨ ਕੀਤਾ ਕਿ ਗੁਰੂ ਜੀ ਆਏ ਸੀਗੇ, ਆਪਾਂ ਉਹਨਾਂ ਕੋਲ ਜਾਣਾ। ਸ਼ਾਇਦ ਨਹੀਂ ਹੋ ਸਕਦਾ ਪਛਾਣ ਸਕੇ ਕਿ ਮਹਾਂਪੁਰਸ਼ ਘਰ ਆਏ ਹੈ। ਕਾਫੀ ਮਹੀਨਿਆਂ ਬਾਅਦ ਪਿਤਾ ਜੀ ਨੂੰ ਦੁਪਹਿਰੇ 3 ਵਜੇ ਗੁਰੂ ਜੀ ਦਾ ਸੁਪਨਾ ਆਉਂਦਾ। ਮੈਨੂੰ ਬੁਲਾਉਂਦੇ ਹੈ, ਕਹਿੰਦੇ ਅਸ਼ੋਕ, ਗੁਰੂ ਜੀ ਇੱਥੇ ਕਿਸੇ ਸੰਗਤ ਦੇ ਘਰ ਠਹਿਰੇ ਹੋਏ ਆ, ਆਹ ਐਡਰੈਸ ਹੈ, ਜਾ ਕੇ ਗੁਰੂ ਜੀ ਤੋਂ ਆਗਿਆ ਲੈ ਕੇ ਆ ਕਿ ਕਿਹੜੇ ਟਾਈਮ ਉਹਨਾਂ ਕੋਲ ਆਈ। ਮੈਂ ਸਕੂਟਰ ਚੱਕਿਆ, ਉਸ ਘਰ ਪਹੁੰਚ ਗਿਆ। ਦਰਵਾਜ਼ਾ ਖੋਲਿਆ, ਹਾਲ ਦੇ ਵਿੱਚ ਇੱਕੋ ਸੰਗਤ ਬੈਠੇ ਹੋਏ ਸੀਗੇ, रमा बहल आंटी, जो मैंने बात से पता लगा। मैं उन्होंने पूछा गुरु जी कितने है, गुरु जी ने मिलना है। उन्होंने कहा गुरु जी तो अपने रूम च है, तुसी बैठ जाओ। मैं बैठ गया, 5 मिनट वेट की। गुरु जी आए, मैं पैरी हाथ लगाए और गुरु जी ने मैं दसिया, मैं कहा पिता जी ने भेजा तो टाइम मांगते पे कि किहड़े टाइम आवा, तुहानूं मिलना है। कहंदे उन्होंने कहो हुणे हुणे आ जाओ, हुणे बुलाया। मैं 10 मिनटां दे विच पिता जी नूं गुरु जी को लिया। गुरु जी अपने रूम च लै गए। उत्थे बैठ के 10 घंटा गल्लां होईयां। ज्यादा गल्लां तो मैनूं याद नहीं है, लेकिन गुरु जी ने कहा मेरे पैर च ना कदम है। तो मैं गुरु जी के पैर वाल देखने लग गया कि मैं देखा किस तरह का कदम होंगे। लेकिन गुरु जी का पैर नॉर्मल सीगा, इन्नी समझ नहीं सी मैनू भी कि महापुरुषों पर बैठे हैं तो कह रहे वो सच ही है। चलो उस तो बाद गुरु जी नाल मिलन का सिलसिला शुरू हो गया। गुरु जी का जिवें कह लीए कि गुरु जी के प्यार दे विच रंगना शुरू हो गई। रोज आना शुरू हो गई। एक उत्थे सज्जन पुरुष सीगे, उन्होंने पूछा पिता जी नूं कि तुसीं रोज आंदे हो, तुहानूं कोई प्रॉब्लम है? तो पिता जी ने हथ जोड़ के कहा कि नहीं, मैनूं तो कोई प्रॉब्लम तो नहीं है,
ਸਾਰੀ ਰੱਬ ਦੀ ਕਿਰਪਾ ਹੈ। ਮੈਂ ਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਉਣਾ ਔਰ ਇੱਥੇ ਮੈਨੂੰ ਬਹੁਤ ਅੱਛਾ ਲੱਗਦਾ। ਚਲੋ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ। ਗੁਰੂ ਜੀ ਦੇ ਰੰਗ ਦੇ ਵਿੱਚ ਰੰਗਦੇ ਗਏ। ਇੱਕ ਦਿਨ ਮੈਨੂੰ ਬੁਲਾ ਕੇ ਉਹਨਾਂ ਨੇ ਕਿਹਾ ਕਿ ਅਸ਼ੋਕ, ਆਹ ਮੇਰੀ ਜਿਹੜੀ ਘੜੀ ਹੈ ਨਾ, ਗੁਰੂ ਜੀ ਗੋਲਡਨ ਕਲਰ ਦੀ ਘੜੀ ਪਾਉਂਦੇ ਸੀਗੇ ਉਦੋਂ, ਕਹਿੰਦੇ ਇਹਨੂੰ ਐਂ ਕਰ, ਦੂਜੇ ਕਮਰੇ 'ਚ ਲੈ ਜਾ ਤੇ ਉਹਨੂੰ ਚਮਕਾ ਕੇ ਲਿਆ। ਤੇ ਨਾਲ ਮੈਨੂੰ ਕਿਹਾ ਕਿ ਕਹਿੰਦਾ ਇਹਨੂੰ ਉਨੀ ਦੇਰ ਚਮਕਾਈ ਜਦੋਂ ਤੱਕ ਤੇਰਾ ਮੂੰਹ ਨਾ ਦਿਖਣ ਲੱਗੇ। ਮੈਂ ਵੀ ਹੱਸ ਪਿਆ। ਮੈਂ ਕਿਹਾ ਚੰਗਾ ਗੁਰੂ ਜੀ। ਮੈਂ ਦੂਜੇ ਕਮਰੇ ਦੇ ਵਿੱਚ ਉਹ ਜੋ ਘੜੀ ਦੀ ਸੇਵਾ ਮੈਨੂੰ ਦਿੱਤੀ ਸੀ, ਮੈਂ ਉਹ ਅੱਧਾ ਘੰਟਾ ਉਹਨੂੰ ਚਮਕਾਉਂਦਾ ਰਿਹਾ। ਉਹ ਪਹਿਲਾਂ ਹੀ ਬੜੀ ਚਮਕਦੀ ਸੀ, ਮੂੰਹ ਤਾਂ ਪਹਿਲਾਂ ਹੀ ਦਿਖਦਾ ਪਿਆ ਸੀ। ਹੁਣ ਉਹ ਤਾਂ ਗੁਰੂ ਜੀ ਨੂੰ ਪਤਾ ਕੀ ਕਹਿਣਾ ਚਾਹੁੰਦੇ ਸੀਗੇ। ਫਿਰ ਕਦੇ ਉਹਨਾਂ ਨੇ ਜੋ ਆਪਣਾ ਕੜਾ ਪਾਇਆ ਹੁੰਦਾ ਸੀਗਾ ਉਹਨੂੰ ਕਹਿੰਦੇ ਸੀਗੇ ਜਾ ਇਹਨੂੰ ਨਾ ਚਮਕਾ ਕੇ ਲਿਆ। ਓਨੈਸਟਲੀ ਦੱਸਾਂ, ਕੜਾ ਚਮਕਾਉਂਦੇ ਮੇਰੇ ਮਨ 'ਚ ਖਿਆਲ ਆਉਂਦਾ ਕਿ ਗੁਰੂ ਜੀ ਹੁਣ ਮੈਨੂੰ ਬੁਲਾ ਲਓ, ਕਿਉਂਕਿ ਉਸ ਹਾਲ ਦੇ ਵਿੱਚ ਆ ਕੇ ਮੈਂ ਗੁਰੂ ਜੀ ਨੂੰ ਦੇਖਣਾ ਚਾਹੁੰਦਾ ਸੀਗਾ, ਗੁਰੂ ਜੀ ਦਾ ਰੂਪ ਦੇਖਣਾ ਚਾਹੁੰਦਾ ਸੀਗਾ। ਉੱਥੇ ਬੈਠਣਾ, ਗੁਰੂ ਜੀ ਦੇ ਸਾਹਮਣੇ ਬੈਠਣਾ ਅੱਛਾ ਲੱਗਦਾ ਸੀਗਾ ਤੇ ਮੈਨੂੰ ਲੱਗਦਾ ਸੀਗਾ ਕਿ ਮੈਂ ਇਕੱਲਾ ਬੈਠਾ। ਪਰ ਚਲੋ ਇੰਨੀ ਸਮਝ ਇੰਨੀ ਹੈ ਨਹੀਂ ਸੀਗੀ। ਕਦੇ ਕਦੇ ਗੁਰੂ ਜੀ ਨੇ ਆਪਣੇ ਜਿਹੜੇ ਸ਼ੂਜ਼ ਸੀਗੇ ਜੋੜੇ ਦੇ ਦੇਣੇ। ਗੁਰੂ ਜੀ ਵਾਈਟ ਕਲਰ ਦੇ ਸ਼ੂਜ਼ ਪਾਉਂਦੇ ਸੀ, ਕਦੇ ਬਰਾਊਨ ਕਲਰ ਦੇ ਪਾਉਂਦੇ ਸੀਗੇ। ਲੈ ਅਸ਼ੋਕ, ਇਹਨੂੰ ਸਾਫ਼ ਕਰਕੇ ਲਿਆ, ਇਹਨੂੰ ਚਮਕਾ ਕੇ ਲਿਆ। ਸਤਿਗੁਰ ਮੇਰਾ ਸਦਾ ਦਿਆਲਾ, ਮੋਹੇ ਦੀਨ ਕੇ ਰਾਖ ਲਿਓ, ਕਾਟਿਆ ਰੋਗ ਮਹਾ ਸੁਖ ਪਾਇਆ, ਹਰ ਅੰਮ੍ਰਿਤ ਸੁਖ ਨਾਮ ਦੀ। ਸੰਗਤ ਜੀ, ਮੈਂ ਹੋਰ ਤੁਹਾਡੇ ਨਾਲ ਇੱਕ ਸੰਗਤ ਸ਼ੇਅਰ ਕਰਨ ਜਾ ਰਿਹਾ। ਬੜੀ ਪਿਆਰੀ ਸੰਗਤ ਹੈ। ਸਤਸੰਗ ਹੈ। ਗੁਰੂ ਜੀ ਨੇ ਪਿਤਾ ਜੀ ਨੂੰ ਕਿਹਾ ਕਿ ਇਸ ਤਰ੍ਹਾਂ ਕਰੋ, ਸਾਰੀ ਸੰਗਤ ਵਾਸਤੇ ਨਾ ਤੁਸੀਂ ਛੱਲੀਆਂ ਲੈ ਕੇ ਆਓ। ਗੁਰੂ ਜੀ ਨੇ ਕਿਹਾ ਠੀਕ ਹੈ। ਗੁਰੂ ਜੀ ਕਿਸੇ ਸੇਵਾਦਾਰ ਦੀ ਜਿਹੜਾ ਉੱਥੇ ਕੋਈ ਆਏ ਹੋਏ ਸੀਗੇ, ਉਹਨਾਂ ਦੀ ਗੱਡੀ ਲਿੱਤੀ, ਪੁੱਛਿਆ ਕਿੱਥੋਂ ਮਿਲਣਗੀਆਂ, ਤੇ ਪਤਾ ਲੱਗਿਆ ਕਿ ਜਲੰਧਰ ਦੇ ਮਾਡਲ ਟਾਊਨ ਦੇ ਜਿਹੜਾ ਮੰਦਿਰ ਹੈ ਉਹਦੇ ਸਾਹਮਣੇ ਛੱਲੀਆਂ ਵਾਲੇ ਬੈਠੇ ਆ। ਪਤਾ ਹੀ ਚਲੇ ਗਏ। ਹੁਣ ਸੰਗਤ ਸੀਗੀ 30-40 ਸੰਗਤ ਸੀਗੀ। ਹੁਣ ਇੱਕ ਵਾਲੇ ਛੱਲੇ ਵਾਲੇ ਨੂੰ 10 ਮਿੰਟ ਦਾ ਟਾਈਮ ਬਹੁਤ ਲੱਗ ਜਾਣਾ ਸੀਗਾ। ਉਹ 7-8 ਕੱਚੇ ਸੀਗੇ। ਸਾਰਿਆਂ ਨੂੰ 5-5 6-6 ਛੱਲੀਆਂ ਬਣਾਉਣ ਦਾ ਕਹਤਾ। ਔਰ ਪਿਤਾ ਜੀ ਉੱਥੇ ਉਹਨਾਂ ਦੇ ਕੋਲ ਟਹਿਲਣ ਲੱਗ ਪਏ। ਇੰਨੀ ਦੇਰ ਦੇ ਵਿੱਚ 2 ਵੈਨਸ ਆਉਂਦੀਆਂ ਜਿਹਦੇ ਵਿੱਚ 10-15 ਲੋਕ ਸੀਗੇ, ਲੇਡੀਜ਼ ਵੀ ਸੀ। ਇੱਕ ਬੰਦਾ ਜਿਹੜਾ ਅਗਲੀ ਸੀਟ ਤੇ ਬੈਠਾ ਉਹ ਉੱਤਰ ਕੇ ਆਉਂਦਾ। ਉਹ ਮੇਰੇ ਪਿਤਾ ਜੀ ਦੇ ਪੈਰੀਂ ਹੱਥ ਲਾਉਣ ਲੱਗ ਕਿ ਜੈ ਗੁਰੂ ਜੀ। ਕਹਿੰਦੇ ਜੀ ਅਸੀਂ ਭੋਗ ਤੇ ਚੱਲੇ ਸੀਗੇ, ਅਸੀਂ ਦੇਖਿਆ ਗੁਰੂ ਜੀ ਖੜੇ ਆ। ਤੇ ਮੇਰੇ ਪਿਤਾ ਜੀ ਨੇ ਕਿਹਾ ਕਿ ਗੁਰੂ ਜੀ ਦਾ ਮੰਦਿਰ ਜਾਓ, ਮੈਨੂੰ ਤਾਂ ਉਹਨਾਂ ਨੇ ਛੱਲੀਆਂ ਲੈਣ ਵਾਸਤੇ ਭੇਜਿਆ। ਇੰਨੀ ਗੱਲ ਸੁਣ ਕੇ ਉਹ ਬੰਦਾ ਵਾਪਸ ਹੋ ਗਿਆ ਔਰ ਉਹ ਬੰਦੇ ਚਲੇ ਗਏ। ਪਿਤਾ ਜੀ ਛੱਲੀਆਂ ਲੈ ਕੇ ਗੁਰੂ ਜੀ ਕੋਲ ਆ ਗਏ, ਸੰਗਤ ਨੂੰ ਵੰਡਤੀਆਂ। ਉਸ ਤੋਂ ਬਾਅਦ ਇਕੱਲੇ ਕਮਰੇ ਦੇ ਵਿੱਚ ਗੁਰੂ ਜੀ ਨੂੰ ਜਾ ਕੇ ਸਾਰੀ ਇਹ ਘਟਨਾ ਦੱਸੀ ਕਿ ਗੁਰੂ ਜੀ ਅੱਜ ਮੇਰੇ ਨਾਲ ਇਹ ਵਾਪਰਿਆ। ਗੁਰੂ ਜੀ ਬੋਲੇ ਤਾਂ ਨਹੀਂ, ਪਰ ਹੱਸਣ ਲੱਗ ਪਏ। ਚਲੋ ਇਹ ਗੁਰੂ ਜੀ ਦੀ ਮਹਿਮਾ ਹੈ। ਇਸ ਤਰ੍ਹਾਂ ਦੇ ਇਹਦੇ ਨਾਲ ਹੀ ਇੱਕ ਹੋਰ ਇਸ ਤਰ੍ਹਾਂ ਦਾ ਹੀ ਸਤਸੰਗ ਹੈ। ਪਿਤਾ ਜੀ ਲੁਧਿਆਣਾ ਅੰਮ੍ਰਿਤਸਰ ਤੋਂ ਆਏ, ਟ੍ਰਾਂਸਫਰ ਅੰਮ੍ਰਿਤਸਰ ਹੋ ਗਈ ਸੀ। ਬੱਸ ਤੋਂ ਉਤਰੇ, ਰਕਸ਼ਾ ਲਿੱਤਾ, ਕਹਿੰਦੇ ਘਰ ਕੀ ਜਾਣਾ, ਪਹਿਲਾਂ ਗੁਰੂ ਜੀ ਨੂੰ ਮੱਥਾ ਟੇਕ ਜਾਂਦੇ। ਜਦੋਂ ਹੌਲ ਚ ਆਏ, ਗੁਰੂ ਜੀ ਤਿਆਰ ਖੜੇ ਸੀ, ਕਿਤੇ ਜਾਣਾ ਸੀ ਉਹਨਾਂ ਨੂੰ। ਤੇ ਪਿਤਾ ਜੀ ਨੂੰ ਕਹਿੰਦੇ ਐਂ ਕਰੋ, ਤੁਸੀਂ ਇੱਥੇ ਬੈਠੋ ਕੁਰਸੀ ਕੋਲ, ਤੇ ਮੈਂ ਥੋੜੀ ਦੇਰ ਤੱਕ ਆਉਣਾ। ਗੁਰੂ ਜੀ ਚਲੇ ਗਏ।
गुरु जी के श्रद्धालु आते हैं स्कूटर पे, अंदर वड़ते हैं, सीधा कहते जय गुरु जी। पिता जी के पैरे हथ लाने लगे, जय गुरु जी। कहते नहीं जी, मैं तो आप गुरु जी का श्रद्धालु हाँ, मैं तो गुरु जी बिठा के गए है, इत्थे कम गए है, आ जाते हैं, तुसीं बैठो। सुदामा नूं कहा, सुदामा इन्हां नूं पानी पिया, चाह पिया। चलो आके फिर गुरु जी ने पूछा, गुरु जी अज घटना है फिर वापरी, ऐसा होया। गुरु जी फिर हसन लग पे। चलो हुण गुरु जी की महिमा गुरु जी जानन। संगत जी एक होर बड़ा गुरु जी का सत्संग है। गुरु जी एक दिन अचानक घर आ गए, सीधा बेडरूम च आ गए। पिता जी पति नहीं, सिस्टर थी, मैं भी नहीं सीगा। ये इनफैक्ट मेरे सिस्टर का ही सत्संग है, मैं उन्होंने थ्रू ही शेयर कर रहा। आके बेड पे बैठ गए, सारे जणियां बैठिया सी बेड पे। मम्मी नूं सीगा कि गुरु जी आए, मैं नवी चादर बिछावा या उन्हें साफ करदा। पर गुरु जी ने ऐसा कि ठीक है, सब कुछ ठीक है, कहते कोई गल नहीं, उत्थे ही बैठ गए। सिस्टर नूं कहण लगे, भैणे गाना सुना। इन्ना कह ही सीगा कि उन्हां दा ध्यान मेरी सारे दी छोटी सिस्टर ते पिया, जिहड़ी उदास बैठी थी। गुरु जी ने कहा, क्योंकि गुरु जी ने पता लग जाता जानी जान है, तू क्यों उदास बैठी है। तो उसने तो जवाब दिता नहीं, तो दूसरी कहती गुरु जी कहता रिजल्ट आने वाला है। अच्छा केड़ी क्लास का। 10th का। अच्छा कब आना। कहते 8-10 दिन लग जाएंगे। तो इस करके उदास है। ले तेरा रिजल्ट तो मैं हुण दस देना। कापी पेंसिल लिया, कापी पेंसिल आ गई। गुरु जी ने उस पेज पे लिखा 79.5। क्वेश्चन कहती 80% नंबर आ गए तेरे, खुश होगी। जी आसी ना उन्हें क्या, जा किचन चो ना पानी का गिलास ले। वो पानी का गिलास ले आई। गुरु जी कहते इन्हें अद्धा करके लिया, अद्धा पानी का गिलास। वो अद्धा पानी का गिलास ले आई। गुरु जी ने उस गिलास में देख के जोर जोर की हसे, क्योंकि यहो जिहा रूप यार मैं तो नहीं सीगा। उन्होंने देखा नहीं, बड़िया हैरान हुई कि गुरु जी का यहो जिहा रूप। तो उन्होंने वो गिलास मेरे सिस्टर ने दिता। जो उन्हें हाथ च फड़िया तो सारा गिलास पूरा रोज पेटल ना भरा हुआ सी। प्रसाद दिता। जय गुरु जी, शुकराना गुरु जी। फिर कदे कदे आ जाते घर, कहते चलो कोठे ते चलते हैं। कोठे ते सभी जी तुहानूं पता ही है कि उपर कोई एक अद्धा मंजा पिया हुंदा, फोल्डिंग पिया सी, बिछा लिया। गुरु जी आंदे ते चादर बिछा दिए, मना करता। दरी बिछा दिए, मना करता। शूज ला के लेट गए, पिल्लो रखता। मैनू कहते ऐ कर, घी गरम करके लिया ते घी दे विच ना नींबू निचोड़ लई। मैं लिया तो गुरु जी दे असीं 5 घंटा गुरु जी दे मालिश करनी शुरू कर, पैरों की, हथों की, मत्थे ते भी लाता। हम घ्यो की अपनी खुशबू होंगी है, असीं ज्यों ज्यों मालिश करते गुरु जी दे विच उन्नी उन्नी फ्रैगनेंस आनी। गुरु जी ने अखां बंद की हुई सी। असीं भैन भरा एक दूजे नूं इशारा कर रहे हैं कि देखो कितनी फ्रैगनेंस आ रही, देसी घी ला रहे हैं फिर भी फ्रैगनेंस आ रही है। कदे इशारा करिए कि गुरु जी की स्किन देखिए कितनी मुलायम है,
ਇੰਨੀ ਮੁਲਾਇਮ ਹੈ ਕਿ ਇਸ ਤਰ੍ਹਾਂ ਅੱਧਾ ਘੰਟਾ ਗੁਰੂ ਜੀ ਨੇ ਉਹ ਮਾਲਿਸ਼ ਕਰਾਈ, ਇੱਕ ਦੋ ਵਾਰੀ ਕਰਾਈ ਹੈ ਤੇ ਗੁਰੂ ਜੀ ਫਿਰ ਚਲੇ ਗਏ। ਉਸ ਤੋਂ ਬਾਅਦ ਕੀ ਹੋਇਆ, ਇਹ ਥੋੜਾ ਮੈਂ ਲਾਈਟਰ ਸਾਈਡ ਤੇ ਗੱਲ ਕਰਨ ਲੱਗਿਆ। ਗੁਰੂ ਜੀ ਤਾਂ ਚਲੇ ਗਏ, ਉਸ ਤੋਂ ਬਾਅਦ ਕਿਚਨ ਚ ਜਾ ਕੇ ਘੀ ਗਰਮ ਕੀਤਾ ਮੈਂ ਵੀ, ਨੀਂਬੂ ਨਿਚੋੜਿਆ। ਬਾਥਰੂਮ ਚ ਜਾ ਕੇ ਮੈਂ ਆਪਣੇ ਤੇ ਵੀ ਉਹ ਘੀ ਅਪਲਾਈ ਕਰ ਲਿਆ। ਬਾਹਰ ਆਇਆ ਮੈਂ ਮੰਮੀ ਕੋਲ ਗਿਆ, ਮੰਮੀ ਕਹਿੰਦੇ ਬੜੀ ਸਮੈਲ ਆ ਰਹੀ ਹੈ ਘੀ ਦੀ, ਬੋਲੇ ਤਾਂ ਨਹੀਂ ਗਿਆ ਕਿਤੇ। ਮੈਂ ਦੱਸਿਆ ਨਹੀਂ ਗਾ, ਮੈਂ ਦੂਜੇ ਕਮਰੇ ਚ ਚਲਾ ਗਿਆ, ਉੱਥੇ ਮੇਰੀਆਂ ਸਿਸਟਰ ਬੈਠੀਆਂ ਹੋਈਆਂ ਸੀਗੀਆਂ। ਜਦੋਂ ਉਹਨਾਂ ਕੋਲ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਇਹ ਤਾਂ ਇਹਨੇ ਆਪ ਹੀ ਲਾਇਆ। ਮੰਮੀ ਨੂੰ ਕਿਹਾ, ਕਹਿੰਦੇ ਮੰਮੀ ਜੀ ਇਹ ਤਾਂ ਗੁਰੂ ਜੀ ਦੀ ਨਕਲ ਕਰਨ ਲੱਗ ਗਿਆ। ਮੰਮੀ ਗੁੱਸੇ ਹੋਏ, ਕੋਈ ਮੇਰੇ ਕੋਲ ਕੋਈ ਬੈਠੇ ਨਾ, ਸਮੈਲ ਬੜੀ ਆਵੇ ਘੀ ਦੀ, ਤੇ ਗੁਰੂ ਜੀ ਆਏ ਤੇ ਇਸ਼ਨਾਨ। ਸੰਗਤ ਜੀ ਉਦੋਂ ਦਾ ਦਿਨ ਜਾਂਦਾ ਪਿਆ ਜਿੱਦਾਂ ਮੈਂ ਮਹਿਸੂਸ ਕੀਤੀ ਘੀ ਦੀ। ਸੰਗਤ ਜੀ ਇੱਕ ਹੋਰ ਬੜਾ ਪਿਆਰਾ ਸਤਸੰਗ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਗੁਰੂ ਜੀ ਦਾ ਪਿਤਾ ਜੀ ਨੂੰ ਮੈਸੇਜ ਆਉਂਦਾ ਕਿ ਅਸ਼ੋਕ ਨੂੰ ਨਾ ਰਾਤ ਨੂੰ ਮੇਰੇ ਕੋਲ ਭੇਜ ਦਿਓ। ਗੁਰੂ ਜੀ ਉਦੋਂ ਸ਼ਿਫਟ ਕਰ ਗਏ ਸੀਗੇ ਜਲੰਧਰ ਵਾਲੇ ਮੰਦਰ ਚ, ਸ਼ਰਧਾਲੂ ਦੇ ਘਰ ਤੋਂ ਇੱਧਰ ਸ਼ਿਫਟ ਕਰ ਗਏ ਸੀਗੇ। ਕਿ ਅੱਜ ਮੇਰੀ ਨਾ ਤਬੀਅਤ ਕੁਛ ਠੀਕ ਨਹੀਂ ਹੈ ਤੇ ਅਸ਼ੋਕ ਨੂੰ ਭੇਜ ਦਿਓ। ਮੈਂ ਖਾਣਾ ਵਗੈਰਾ ਖਾ ਕੇ ਮੈਂ ਰਾਤ ਨੂੰ ਚਲਾ ਗਿਆ। ਮੈਂ ਜਦੋਂ ਗਿਆ ਉਦੋਂ ਮੈਨੂੰ ਯਾਦ ਹੈ ਕਿ ਉਦੋਂ ਉਸ ਹਾਲ ਦੇ ਵਿੱਚ, ਉਸ ਮੰਦਿਰ ਚ ਕੋਈ ਨਹੀਂ ਸੀਗਾ। ਗੁਰੂ ਜੀ ਸੀਗੇ। ਗੁਰੂ ਜੀ ਆਪਣੇ ਲਿਵਿੰਗ ਰੂਮ ਚ ਨਹੀਂ ਸੀਗੇ, ਉਹ ਜਿੱਥੇ ਜੋ ਆਪਰੇਸ਼ਨ ਥੀਏਟਰ ਜਿਹਨੂੰ ਗੁਰੂ ਜੀ ਕਹਿੰਦੇ ਸੀ, ਆਪਰੇਸ਼ਨ ਥੀਏਟਰ, ਉਹ ਕਿਸੇ ਵੀ ਅੰਕਲ ਨੂੰ ਕਿਸੇ ਨੂੰ ਠੀਕ ਕਰਨਾ ਹੁੰਦਾ ਸੀ ਤਾਂ ਚਮਚ ਲੈ ਕੇ ਜਾਂਦੇ ਸੀ ਕਿ ਚਲੋ ਅੰਕਲ ਜੀ, ਚਲੋ ਆਂਟੀ ਜੀ, ਆਪਰੇਸ਼ਨ ਥੀਏਟਰ। ਮੈਂ ਜਦੋਂ ਅੰਦਰ ਗਿਆ ਤੇ ਗੁਰੂ ਜੀ ਨੇ ਉੱਥੇ ਛੱਤੀ ਵੀ ਪਈ ਸੀਗੀ, ਲੇਕਿਨ ਗੁਰੂ ਜੀ ਨੇ ਆਪਣਾ ਜਿਹੜਾ ਬਿਸਤਰ ਸੀਗਾ ਉਹ ਨੀਚੇ ਲਗਾਇਆ ਹੋਇਆ ਸੀਗਾ। ਪਹਿਲਾਂ ਮੇਰੇ ਤੋਂ ਪਹਿਲਾਂ ਕੋਈ ਸ਼ਰਧਾਲੂ ਲਗਾ ਗਿਆ ਹੋਣਾ। ਮੈਨੂੰ ਕਹਿੰਦੇ ਉਹ ਵੇਖੀ ਠੀਕ ਨਹੀਂ ਲੱਗ ਰਿਹਾ। ਮੈਂ ਗੁਰੂ ਜੀ ਦੀ ਬਾਂਹ ਗੁਰੂ ਜੀ ਦੇ ਅੱਗੇ ਕੀਤੀ। ਜਦੋਂ ਮੈਂ ਬਾਂਹ ਪਕੜੀ ਤਾਂ ਮੈਨੂੰ ਗਰਮ ਲੱਗੀ। ਮੈਂ ਗੁਰੂ ਜੀ ਨੂੰ ਕਿਹਾ, ਮੈਂ ਕਿਹਾ ਗੁਰੂ ਜੀ ਇਹ ਗਰਮ ਲੱਗ ਰਹੀ ਹੈ, ਬੁਖਾਰ ਤਾਂ ਨਹੀਂ? ਕਹਿੰਦੇ ਪਤਾ ਨਹੀਂ। ਮੈਂ ਕਿਹਾ ਮੈਂ ਨਾ ਘਰੋਂ ਜਾ ਕੇ ਥਰਮਾਮੀਟਰ ਲੈ ਕੇ ਆਇਆ। ਮੈਂ ਘਰ ਗਿਆ, ਮੈਂ ਥਰਮਾਮੀਟਰ ਲਾਇਆ। ਆ ਕੇ ਜਦੋਂ ਮੈਂ ਗੁਰੂ ਜੀ ਨੂੰ ਥਰਮਾਮੀਟਰ ਲਾਉਣ ਲੱਗਿਆ, ਗੁਰੂ ਨੂੰ ਦੱਸਿਆ ਗੁਰੂ ਜੀ ਲੈਫਟ ਰਾਈਟ ਰੱਖ ਲਓ ਜਾਂ ਰਾਈਟ ਤੇ ਰੱਖ ਲਓ। ਗੁਰੂ ਨੂੰ ਪਤਾ ਨਹੀਂ ਸੀਗਾ। ਚਲੋ ਥਰਮਾਮੀਟਰ ਰੱਖ ਲਿਆ, ਮੈਂ ਨੋਟ ਕਰਨ ਲੱਗਿਆ। 1 ਮਿੰਟ ਬਾਅਦ ਥਰਮਾਮੀਟਰ ਨੋਟ ਕੀਤਾ, ਟੈਂਪਰੇਚਰ ਆਇਆ 102, 102 ਟੈਂਪਰੇਚਰ आया। मैं गुरु जी बुखार है 102। ਹੁਣ ਮੈਂ ਭੋਲਾ ਪੰਛੀ, ਮੈਨੂੰ ਕੀ ਪਤਾ। ਮੈਂ ਗੁਰੂ ਜੀ ਨੂੰ ਕਿਹਾ, ਮੈਂ ਕਿਹਾ ਗੁਰੂ ਜੀ ਮੈਂ ਡਾਕਟਰ ਨੂੰ ਬੁਲਾਣਾ। ਗੁਰੂ ਜੀ ਨੇ ਮੈਨੂੰ ਪਤਾ ਕੀ ਕਿਹਾ, ਕਹਿੰਦੇ ਨਹੀਂ ਕੋਈ ਡਾਕਟਰ ਨੂੰ ਬੁਲਾਉਣ ਦੀ ਲੋੜ ਨਹੀਂ। ਹੁਣ ਮੈਨੂੰ ਕੀ ਪਤਾ ਕਿ ਗੁਰੂ ਜੀ ਤਾਂ ਡਾਕਟਰਾਂ ਨੂੰ ਠੀਕ ਕਰਦੇ ਆ, ਸਾਰੀ ਸ੍ਰਿਸ਼ਟੀ ਦੇ ਮਾਲਕ ਹੈ। ਹਜ਼ਾਰਾਂ ਲੋਕਾਂ ਨੂੰ ਗੁਰੂ ਜੀ ਨੇ ਠੀਕ ਕੀਤਾ। ਮੈਂ ਕਿਹਾ ਗੁਰੂ ਜੀ ਮੈਂ ਤੁਹਾਡੇ ਵਾਸਤੇ ਫਿਰ ਮੈਂ ਦਵਾਈ ਲੈ ਕੇ ਆਣਾ। ਕਹਿੰਦੇ ਠੀਕ ਹੈ। ਮੈਂ ਸਕੂਟਰ ਚੱਕਿਆ, ਮੈਂ ਦਵਾਈਆਂ ਵਾਲੀ ਦੁਕਾਨ ਤੇ ਪਹੁੰਚ ਗਿਆ। ਹੁਣ ਮੈਨੂੰ ਕੋਈ ਉਹਦਾ ਦਵਾਈ ਦਾ ਨਾਮ ਨਹੀਂ ਪਤਾ। ਕੋਈ ਅੱਜ ਕੱਲ ਤਾਂ ਸਾਰੇ YouTube ਤੇ ਦੇਖ ਲੈਂਦੇ ਆ, ਸਾਲਟ ਵੀ ਪਤਾ ਹੁੰਦਾ, ਪਰ ਉਸ ਵਕਤ ਕੁਛ ਵੀ ਨਹੀਂ ਪਤਾ ਸੀ। ਮੈਂ ਦਵਾਈਆਂ ਵਾਲਿਆਂ ਨੂੰ ਕਿਹਾ ਕਿ 102 ਬੁਖਾਰ ਹੈ। ਉਹਨੇ ਕਰੋਸਿਨ ਦੇਤੀ। ਮੈਂ ਕਰੋਸਿਨ ਲੈ ਕੇ ਗੁਰੂ ਜੀ ਕੋਲ ਆ ਗਿਆ। ਮੈਂ ਗੁਰੂ ਜੀ ਲੇਟੇ ਹੋਏ ਸੀਗੇ, ਮੈਂ ਪਿੱਛੋਂ ਹੱਥ ਦੇ ਕੇ ਗੁਰੂ ਜੀ ਨੂੰ ਬਿਠਾਇਆ।
पानी लेके आया, मैं कहा गुरु जी लो दवाई ले लो। गुरु जी ने मुंह च गोली पाई, वो गोली लिती नहीं गई गुरु जी को। गुरु जी ने दवाई लैनी नहीं आती सी, कदे लिती नहीं। मैं कहा गुरु जी दोबारा पानी पियो। जो दोबारा सेकंड टाइम गुरु जी ने पानी पीता तो दवाई ला ली तो लेट गए। तो मैं गुरु जी ने कहा गुरु जी मैं तुहाडे कोल पैर दबा देना, हथ दबा देना। गुरु जी ने कहा नहीं तू हुण जाके ना हॉल दे विच सो जा। मैं हॉल च सो लेट गया। नींद तो की आनी सीगी, ध्यान गुरु जी वाल। फिर पता नहीं किहड़े वेले मेरी अख लग गई। सवेरे गुरु जी मैनू जगा रहे हैं, अशोक अशोक आवाज़ां लगा रहे हैं। मैं उठा, मैं जो देखा गुरु जी नहा धो के तैयार। मैं हैरान हो गया। मैं कहा गुरु जी, बड़ी मन च खुशी हुई कि गुरु जी ठीक हो गई। गुरु जी ने कहा ऐ कर मुंह हथ धो के ना चाह बना। मैं चाह बनाई। गुरु जी स्टील के गिलास चाह पींदे सी। कहते शब्द लगा, शब्द लगाते। दिन चढ़ना शुरू होया, संगत आई। गुरु जी ने कहा चंगा हुण तू जा। हुण गुरु जी पता नहीं की दसना चाहते सी, की कष्ट दूर करना चाहते सी मेरे, ये मैनूं हुण समझ लगी है। सन 2012 दे विच मैं वॉक कर रहा सीगा, मेरे चेस्ट च पेन हुई। तो पेन की मैनूं पता नहीं सीगा कि पेन किस चीज की है। पेन हो रही सीगी, मैं वॉक कर रहा सीगा, पेन वधदी गई। मैं उपर घर आ गया, घर दे सारे सुते हुए सी। मैं किचन च गया, अजवैन खा ली, आके लेट गया। पेन वधदी रही। उदों तक मेरी जिहड़ी पेन सीगी वो मेरे जां च और लैफ्ट शोल्डर दे विच और बाजू च आ चुकी सी, जो मैनूं महसूस हो रही सी उदों। पेन घटी नहीं। मैं फिर उठा, मैं ईनो ले रहा, फिर नहीं घटी। उस तो बाद मैं अपनी लेट के एक्सरसाइज शुरू करती कि शायद कोई गैस की प्रॉब्लम है। अज 5 जून या 7 जून किसी आंटी ने सत्संग शेयर किया कि जो फर्स्ट आवर है वो गोल्डन आवर है, वो इमीजिएटली डॉक्टर को जाना होता है। तो इस करते करते 1 घंटा तो मैनू घर ही हो गया। उस तो बाद मैं अपनी आंटी को उठाने लग्या कि मेरे पेन हो रही है। इनू लग्या कि शायद मजाक कर रहा है, कि मैनू सवेरे उठाना चाहता है। पर मैं 2 बारी इंसिस्ट किया तो उठ गई। मैं अपने ब्रदर इन लॉ मेरा आया सीगा, उन्हें गड्डी चलाई, मैं पिछे बैठ गया। मैं संगत जी हॉस्पिटल जाना नहीं चाहता सी, ना ही मैंने पता सीगा कि मेरे की हो रहा है। मैं सीधा जिथों प्रोटीन दे विच मेडिसिन लैने आ, मैं उत्थे चला गया। ये गल पंचकुला दी है। उन्होंने पूछा कि तुहाडे डॉक्टर साहब आंदे आ गए कि नहीं, आए नहीं गए, थोड़ा वेट कर लो। मैं उतों अपने आंटी ने कहा गड्डी दूजी शॉप पे ले जाओ। उत्थे गया, वो कहंदे कि नहीं साडे कोल ईसीजी है नहीं, तुसीं किसी हॉस्पिटल च चले जाओ। मैं फिर पहली वाली शॉप पे आ गया, उदों तक डॉक्टर आ गए सीगे। उन्होंने मेरे ईसीजी की, ईसीजी ठीक नहीं आई। हुण संगत जी मैं ये गुरु जी की मैं कृपा की गल कर रहा। इस नूं करदे करांदे 2 घंटे 2.5 घंटे हो गए सीगे। उस तो बाद मैनूं किसी ने दस्सिया कि सैक्टर 14 दे विच हॉस्पिटल है। तो मैनूं ये सीगा कि छोटा हॉस्पिटल चलो जल्दी फ्री हो जाएंगे, बड़े हॉस्पिटल च की जाना। मैं उत्थे गया, उन्होंने मैनूं कुछ मेडिसिन दित्तियां, साबी ट्रीट होनी गई। उठन तो बाद उन्होंने कहा नहीं तुसीं तो चलना भी नहीं, तुहानूं तो व्हील चेयर पे गड्डी तक जाना पऊगा। चलो उस तो बाद मैं
ਵੱਡੇ ਹਸਪੀਟਲ ਚੱਲ ਕੈਮਿਸਟ ਦੇ ਵਿੱਚ ਗਿਆ। ਪਹੁੰਚਦੇ ਪਹੁੰਚਦੇ 10 ਵੱਜ ਗਏ ਸੀਗੇ। ਚਲੋ ਉਸ ਤੋਂ ਬਾਅਦ ਕੀ ਹੋਇਆ ਉਹ ਤਾਂ ਬਾਅਦ ਦੀ ਗੱਲ ਹੈ, ਪਰ ਇਹ 4 ਘੰਟੇ ਮੈਨੂੰ ਕੋਈ ਫੋਰਸ ਪ੍ਰੋਟੈਕਟ ਕਰ ਰਹੀ ਸੀਗੀ, ਉਹ ਗੁਰੂ ਜੀ ਦੀ। ਗੁਰੂ ਜੀ ਨੇ 4 ਘੰਟੇ ਮੈਨੂੰ ਕੁਛ ਨਹੀਂ ਹੋਣ ਦਿੱਤਾ। ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ। ਮੇਰੇ ਮੰਮੀ, ਇੱਕ ਹੋਰ ਸਤਸੰਗ ਹੈ, ਮੇਰੇ ਮੰਮੀ ਬਹੁਤ ਘੱਟ ਗੁਰੂ ਜੀ ਕੋਲ ਜਾਂਦੇ ਸੀਗੇ। ਮੈਂ ਜਾਂਦਾ ਸੀਗਾ, ਪਿਤਾ ਜੀ ਜਾਂਦੇ ਸੀ, ਕਦੇ ਕਦੇ ਮੇਰੀਆਂ ਭੈਣਾਂ ਚਲੀਆਂ ਜਾਂਦੀਆਂ ਸੀਗੀਆਂ। ਮੰਮੀ ਆਪਦੇ ਘਰ ਦਾ ਕੰਮ ਚ ਲੱਗੇ ਰਹਿੰਦੇ ਸੀਗੇ। ਉਹ ਇੱਕ ਵਾਰੀ ਜਦੋਂ ਗੁਰੂ ਜੀ ਕੋਲ ਗਏ ਤਾਂ ਗੁਰੂ ਜੀ ਨੇ ਉਹਨਾਂ ਨੂੰ 100 ਰੁਪਏ ਦਾ ਡਿਵਾਈਨ ਪ੍ਰਸ਼ਾਦ ਦਿੱਤਾ। तो जो मम्मी ने पकड़ा तो बहुत ही 100 रुपए का कड़क का नोट सीगा और गर्म पूरा। तो उत्थे संतां नूं कहण लगे कि जे किसी ने अपना कल्याण कराना है तो माया आंटी के घर का खाना खा के। मम्मी हस गए क्योंकि गुरु जी मजाक भी करते सी ना, तो हुण सानूं की पता सीगा कि ये सच ही हो जाना। एक दिन एक कपल आ गए, बैल मारी, मेरी छोटी भैन अनीता वो बाहर आई, कहते हाँ जी। और आंटी अंकल भी थोड़े जे एम्बैरसिंग पोजीशन च की दसीए, कहते गुरु जी ने भेजा, उन्होंने कहा कि किसी अंकल के घर का खाना खा के तुहाडा कल्याण हो जाऊगा। कहते आओ जी, जी सदके। अंदर गए, बैठे तो मम्मी सोची जान जो गुरु जी पहला दस देंगे कोई होर 2-4 सब्जियां बना लेंगे, कोई सैलड रख लेंगे, कोई स्वीडिश बना लेंगे, पर उस दिन कड़ी चावल बने सीगे। उन्होंने सर्व किया। हुण गुरु जी जानते हैं कि किसी का कल्याण किवें करना है, किवें किवें उन्हें ब्लैसिंग देनी है, ये गुरु जी जानते हो। अपना दिमाग तो काम करता नहीं। जो गुरु जी नाल फर्स्ट मीटिंग हुई उस तो बाद पिता जी जो घर आए ना, इन्हों लगे कि ये तो डिफरेंट सोल है, ये कोई गुरु जी ऑर्डनरी पर्सन नहीं है, ये कोई महापुरुष है। इन्हों फील होया, घर आके गल्लां करते सीगे ते गुरु जी दे अगे गुरु जी ने एक ऑटोबायोग्राफी ऑफ योगा नंबर पिताजी पढ़ते रहे बहुत 1970 तो ही। तो गुरु जी ने कदे कदे शेयर करना इन्होंने कि गुरु जी मेरे को एक ऑटोबायोग्राफी ऑफ योगी है, उन्हें लहरी मास्टर जी की स्टोरी है। एक वेटलैस सेंट है जो जो समाधि लगाते हैं वो फर्श से नहीं होंगे, थोड़ा जा हाफ फुट के 1 फुट उपर होंगे है। वो जी स्टोरी दसनी गुरु जी एक होर स्टोरी है, एक होर सेंट है जिन्होंने हथों चो फ्रैगनेंस आती है, कदे जैसमाइन की, कदे रोज की। तो गुरु जी ने कले किसी सत्संग किसी होर अगे नहीं, कले कमरे च बैठ के गुरु जी ने सुनना। फिर कदे गुरु जी आ जाते घर, माया आंटी ने कहना माया आंटी वो डैडी जी वाला ना शेर वाला कंबल कड्डो। वो शेर वाला कंबल ऐ कहते सीगे क्योंकि उनका जो प्रिंटिंग सीगी वो शेर की स्किन वर्गी सीगी। ਉਹਦੇ ਜਾ ਕੇ सो जाना, खाना खा लेना। एक दिन लेट हो गए, काफी लेट हो गए, मैनू भी नहीं कहा कि छड्या। उन्होंने सेवादार जो पिता जी का सीगा उन्होंने कहा कि चल ऐ कर तू साइकिल कट। जय गुरु जी। बड़िया बड़िया गुरु जी ने मैसेजेस दिते है अपने एक्शंस तो। ऐसी पूछो गुरु जी तुम साइकिल से जाओगे? गुरु जी तो हाँ। तो गुरु जी साइकिल से बैठ के मंदिर च गए है। ये है मेरे गुरु जी की महिमा। बड़ा कुछ सिखाया उन्होंने जिंदगी दे विच किवें रहना। एक बारी होर आए, किसी संगत नाल आए, वो तो चली गई।
ਰਾਤ ਇਸ ਤਰ੍ਹਾਂ ਹੀ ਲੇਟ ਹੋ ਗਏ। ਹੁਣ ਇਸ ਵਾਰ ਉਹਨਾਂ ਨੇ ਉਹ ਸੇਵਾਦਾਰ ਨੂੰ ਕਿਹਾ, ਪਿਤਾ ਜੀ ਨੂੰ ਕਹਿੰਦੇ ਐਂ ਕਰੋ, ਰਕਸ਼ਾ ਮੰਗਾਓ। ਰਕਸ਼ਾ ਆ ਗਿਆ। ਗੁਰੂ ਜੀ ਜਾਣ ਲੱਗੇ। ਪਿਤਾ ਜੀ ਕਹਿੰਦੇ ਮੈਂ ਤੁਹਾਨੂੰ ਨਾ ਇਕੱਲੇ ਨਹੀਂ ਜਾਣ ਦੇਣਾ, ਮੈਂ ਵੀ ਤੁਹਾਡੇ ਨਾਲ ਹੀ ਚੱਲਦਾ, ਮੈਂ ਤੁਹਾਨੂੰ ਛੱਡ ਕੇ ਆਉਣਾ। ਤੇ ਗੁਰੂ ਜੀ ਦੇ ਨਾਲ ਬੈਠ ਕੇ ਰਕਸ਼ੇ ਤੇ ਗੁਰੂ ਜੀ ਨੂੰ ਛੱਡ ਕੇ ਆਏ। ਬੜੀ ਕਿਰਪਾ। ਜਿਨ ਪ੍ਰੇਮ ਕੀਓ ਤਿਨ ਹੀ ਗੁਰੂ ਪਾਇਓ। ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ। ਇੱਕ ਹੋਰ ਬੜਾ ਪਿਆਰਾ ਸਤਸੰਗ ਹੈ। ਗੁਰੂ ਜੀ ਜਦੋਂ ਘਰ ਆਏ, ਜਲੰਧਰ ਦੀ ਗੱਲ ਹੈ, ਸਾਰੇ ਸਤਸੰਗ ਜਲੰਧਰ ਦੇ ਹੈ। ਜਾਣ ਲੱਗੇ ਨਾ ਕੋਰੀਡੋਰ ਦੇ ਵਿੱਚ ਗੁਰੂ ਜੀ ਚੱਲ ਰਹੇ ਤੇਜ਼ ਤੇਜ਼, ਤੇ ਪਿਤਾ ਜੀ ਦੇ ਹੱਥ ਦੇ ਵਿੱਚ ਨਾ ਡਿਵਾਈਨ ਪ੍ਰਸ਼ਾਦ ਰੱਖਿਆ ਛੁਹਾਰਿਆਂ ਦਾ। ਬੜੀ ਖੁਸ਼ਬੂ ਆਉਂਦੀ ਸੀ ਉਹਦੇ ਚ। ਜਦੋਂ ਗੁਰੂ ਜੀ ਨੇ ਪਿਤਾ ਜੀ ਨੂੰ ਉਹ ਦਿੱਤਾ ਪ੍ਰਸ਼ਾਦ, ਤੇ ਪਿਤਾ ਜੀ ਦੇ ਮਨ ਚ ਆਇਆ ਕਿ ਮੇਰਾ ਸੇਵਾਦਾਰ ਤਾਂ ਬਾਜ਼ਾਰ ਗਿਆ ਹੋਇਆ, ਉਹ ਤਾਂ ਰਹਿ ਗਿਆ। ਕਿੰਨਾ ਸੋਚਣਾ ਹੀ ਸੀਗਾ। ਗੁਰੂ ਜੀ ਦਾ ਔਰਾ ਬੜਾ ਸਟਰੋਂਗ ਸੀ, ਗੁਰੂ ਜਾਣੀ ਜਾਣ ਸੀਗਾ। ਤੁਸੀਂ ਕੁਝ ਸੋਚੋ, ਉਸ ਵੇਲੇ ਗੁਰੂ ਜੀ ਨੂੰ ਪਤਾ ਲੱਗ ਜਾਂਦਾ ਸੀਗਾ। ਅਜੇ ਇੰਨਾ ਸੋਚਿਆ ਹੀ ਸੀਗਾ, ਸੈਕਿੰਡ ਤੋਂ ਵੀ ਘੱਟ ਕਹਿੰਦੇ ਆ ਲੈ 3 ਹੋਰ ਪੜ। ਅਸੀਂ 8 ਜਾਣੇ ਸੀਗੇ ਫੈਮਿਲੀ ਚ, 5 ਪਹਿਲਾਂ ਦਿੱਤੇ, 3 ਬਾਅਦ ਚ ਦਿੱਤੇ। ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ। ਇੱਕ ਹੋਰ ਸਤਸੰਗ ਹੈ, ਸੰਨ 1993 ਦੀ ਗੱਲ ਹੈ, ਲੁਧਿਆਣੇ ਦੀ। ਦੋ ਪਿਤਾ ਜੀ ਲੁਧਿਆਣੇ ਆ ਗਏ। ਗੁਰੂ ਜੀ ਨੇ ਇੱਕ ਸਫਾਰੀ ਸੂਟ ਸਵਾਇਆ। ਡੈਡੀ ਜੀ ਨੇ ਸਫਾਰੀ ਸੂਟ ਸਵਾਇਆ। ਉਹ ਪਾ ਕੇ ਗੁਰੂ ਜੀ ਕੋਲ ਚਲੇ ਗਏ। ਜਦੋਂ ਗੁਰੂ ਜੀ ਕੋਲ ਪਹੁੰਚਦੇ ਹੈ, ਮੱਥਾ ਟੇਕਦੇ ਹੈ, ਗੁਰੂ ਜੀ ਨੂੰ ਉਸ ਸੂਟ ਦੇ ਵਿੱਚੋਂ ਪਤਾ ਨਹੀਂ ਕੀ ਵਾਈਬ੍ਰੇਸ਼ਨਸ, ਕੀ ਗੁਰੂ ਜੀ ਜਾਣ ਸਕਦੇ ਹੈ, ਕੀ ਫਲੈਸ਼ ਆਈ ਉਹਨਾਂ ਕੋਲ। ਕਹਿੰਦੇ ਇਹ ਕੀ ਪਾਇਆ, ਇਸ ਗ੍ਰਹਿ ਨੂੰ ਲਾ ਸਿੱਟਿਆਂ ਨੂੰ। ਮਨ ਚ ਸੋਚਿਆ ਪਹਿਲੀ ਵਾਰੀ ਪਾਇਆ, ਨਵਾਂ ਹੀ ਹੈ। ਪਰ ਗੁਰੂ ਜੀ ਜਾਣੀ ਜਾਣ, ਗੁਰੂ ਜੀ ਨੂੰ ਪਤਾ ਸੀਗਾ ਆਉਣ ਵਾਲੀ ਦਿਨਾਂ ਦਾ ਕੀ ਹੋਣ ਵਾਲਾ। ਚਲੋ ਪਿਤਾ ਜੀ ਘਰ ਆ ਗਏ, ਰੱਖਤਾ। ਥੋੜੇ ਦਿਨਾਂ ਤੱਕ ਪਿਤਾ ਜੀ ਬਿਮਾਰ ਹੋ ਜਾਂਦੇ ਆ, ਉਹਨਾਂ ਦੇ ਸ਼ੋਲਡਰ ਫਰੋਜ਼ਨ ਹੋ ਜਾਂਦੇ ਆ। ਹੁਣ ਮੈਂ ਜਲੰਧਰ ਵੀ ਜਾਣਾ, ਤੇ ਮੈਂ ਗੁਰੂ ਜੀ ਪਿਤਾ ਜੀ ਨੂੰ ਡਾਕਟਰ ਕੋਲ ਲੈ ਗਿਆ ਲੁਧਿਆਣੇ। ਡਾਕਟਰ ਨੇ ਬਹੁਤ ਸਾਰੀਆਂ ਦਵਾਈਆਂ ਦੇ ਦਿੱਤੀਆਂ, ਔਰ ਮੈਨੂੰ ਕਿਹਾ ਕਿ ਇਹਨਾਂ ਦੀ ਐਕਸਰਸਾਈਜ਼ ਕਰਨੀ ਹੈ। ਮੈਂ ਪੁੱਛਿਆ ਡਾਕਟਰ ਸਾਹਿਬ ਨੂੰ, ਮੈਂ ਕਿਹਾ ਡਾਕਟਰ ਸਾਹਿਬ ਕਿੰਨਾ ਟਾਈਮ ਲੱਗੂਗਾ? ਕਹਿੰਦੇ 6 ਮਹੀਨੇ ਲੱਗਣਗੇ। ਮੈਂ ਕਿਹਾ ਅੱਛਾ 6 ਮਹੀਨੇ ਠੀਕ ਹੋ ਜਾਣਗੇ? ਕਹਿੰਦੇ ਦੇਖੋ ਜੇ 6 ਮਹੀਨਿਆਂ ਚ ਠੀਕ ਨਹੀਂ ਹੋਏ ਤਾਂ ਫਿਰ ਇਹਨਾਂ ਦੇ ਸ਼ੋਲਡਰ ਦੇ ਵਿੱਚ ਇੰਜੈਕਸ਼ਨ ਲਾਉਣੇ ਪੈਣੇ। ਹੁਣ ਉਸ ਵਕਤ ਪਤਾ ਹੀ ਨਹੀਂ ਸੀਗਾ ਕਿ ਇਹ ਬਿਮਾਰੀ ਕੀ ਹੈ। ਘਰ ਆ ਗਏ, ਐਕਸਰਸਾਈਜ਼ ਸਟਾਰਟ ਕਰਤੀ, ਦਵਾਈ ਵੀ ਸ਼ੁਰੂ ਕਰਤੀ। ਫਿਰ ਗੁਰੂ ਜੀ ਕੋਲ ਗਏ। ਗੁਰੂ ਜੀ ਕੋਲ ਜਦੋਂ ਗੁਰੂ ਜੀ ਕੋਲ ਗਏ ਤਾਂ ਮੇਰੇ ਫਾਦਰ ਦੀ ਜਿਹੜੀ ਇੱਕ એનર્ਜੀ ਸੀਗੀ ਉਹ ਉਦੋਂ ਮਿਸਿੰਗ ਸੀ। ਕਿ ਜਦੋਂ ਗੁਰੂ ਜੀ ਨੇ ਵੀ ਹੱਸ ਕੇ ਬੋਲਣਾ, ਪਿਤਾ ਜੀ ਨੇ ਵੀ ਕੋਈ ਮਜ਼ਾਕ ਕਰਨਾ, ਜਾਂ ਕੋਈ ਉਹ ਹੈ ਨਹੀਂ ਸੀ, ਉਦਾਸ ਜਿਹੀ ਸੀਗੀ। ਮੱਥਾ ਟੇਕਣਾ, ਸਾਈਡ ਤੇ ਬਹਿ ਜਾਣਾ। ਗੁਰੂ ਜੀ ਨੇ ਪੁੱਛਿਆ ਨੀਗਾ ਕਿ ਕੀ ਗੱਲ ਹੋ ਗਈ। ਨਾ ਪਿਤਾ ਜੀ ਨੇ ਦੱਸਿਆ ਕਿ ਮੈਨੂੰ ਇਹੀ ਪ੍ਰੋਬਲਮ ਹੈ। ਉਸ ਤੋਂ ਬਾਅਦ ਇਹਨਾਂ ਨੇ ਛੁੱਟੀ ਲੈ ਲਈ 1-1.5 ਮਹੀਨੇ ਦੀ, ਕਿਉਂਕਿ ਸ਼ਰਟ ਦੇ ਬਟਨ ਨਹੀਂ ਲੱਗਦੇ ਸੀਗੇ, ਹੋਰ ਕੋਈ ਪ੍ਰੋਬਲਮ। ਇੱਕ ਦਿਨ ਅਚਾਨਕ ਗੁਰੂ ਜੀ ਆ ਗਏ। ਮੰਮੀ ਨੂੰ ਪੁੱਛਦੇ, ਮਾਇਆ ਆਂਟੀ ਅੰਕਲ ਜੀ ਕਿੱਥੇ ਹੈ? ਮੰਮੀ ਨੇ ਕਿਹਾ ਉਹ ਆਪਣੇ ਰੂਮ ਚ ਲੇਟੇ ਹੋਏ ਆ। ਕਮਰੇ ਚ ਚਲੇ ਗਏ, ਕਮਰਾ ਬੰਦ ਕਰ ਲਿਆ। ਸੰਗਤ ਜੀ
गुरु जी 15-20 मिनट अंदर रहे तो फिर चले गए। तो उस तो बाद पिताजी ठीक होने शुरू हो गए। इमीडिएटली तो पिताजी ने कुछ दस्या नहीं कि गल हुई है। 8-10 दिन बाद वो गल शेयर करते हैं कि गुरु जी जो अंदर आए तो मैंने कहने लगे मैं तेन ठीक करना है। गुरु जी की महिमा अपरंपार पेन सानू हुंदा सीगा लेकिन महसूस गुरु जी करते थे। शूज ला के गुरु जी बेड पे लेट गए। पिताजी ने कहा मेरे वाल फेस कर लै, मेरे वाल मुंह कर लै और 5 मिनट फेस टू फेस उन्होंने हग करके लेटे रहे। जय गुरु जी, शुकराना गुरु जी। फिर 10 मिनट तक 15 मिनट तक कोई उन्होंने अपनी गल्लां कीतियां लेटे लेटे उस बेड से फिर चले गए। उस तो बाद फिर 15-20 दिन बाद फिर गुरु जी दोबारा आते। फिर सेम जिवें पहला गुरु जी ने आशीर्वाद दिता सीगा, ब्लैसिंग दित्तियां सीगियां, कहंदे हुण तैनूं मैं पक्का ही ठीक करना आ। संगत जी 1993 का दिन जाता है क्या 2021 हो गया। पिताजी ने उस तो बाद कोई प्रॉब्लम नहीं हुई और रब की बख्शिश है, गुरु जी की बख्शिश है। तो पिताजी की सेहत 19-20 का फर्क पिया होना, वो हुण भी उवें दे उवें ही है कि जिवें 1993 च सीगे। जिसके सिर ऊपर तू स्वामी सो दुख कैसा पावे, अंतरयामी नू दसा की हाल दिल दा, मेरे तो वध उसनू है पता मेरी मुश्किलों का। संगत जी ये हुण सिलसिला इदां चलदा रहा। जलंधर गुरु जी ने कशोरी अंकल गुरु जी की सेव करते थे। कशोरी अंकल ने कहा एक ना अंकल जी वास्ते भी नवा सैट लेके आ, तो एक सेव इन्हां दी करा कर। कशोरी अंकल सैट ले आए। पहला उन्होंने गुरु जी की सेव करनी, फिर पिताजी की सेव करनी। कुछ क दिन होया, फिर मैं कशोरी अंकल को पूछा, मैं कोई मैं गलत ना बोल जा। मैं कशोरी अंकल को फोन किया, मैं कहा कशोरी अंकल तुसीं गुरु जी की सेव करते सीगे ते फिर बाद चो तुसीं डैडी की सेव करते सी, इस तो इलावा तुसीं किसी दी कीती है? कहंदे नहीं, मैं इस तो इलावा किसी दी नहीं कीती। बड़ी मेहर है गुरु जी की, बड़िया ब्लैसिंग है। एक होर गुरु जी च जो सीखने वाली गल है, गुरु जी तो सीगे, उन्होंने गुरु जी का भी फर्ज अपना निभाया। गुरु जी ने एज ए बेटे का फर्ज भी निभाया, गुरु जी ने अपने भरा का फर्ज भी निभाया। कृष्णा भैन जी जो विआह होया वो घर आए, उस तो बाद कृष्णा भैन जी का बेटा होया अंकुर, गुरु जी मामा बन गए। गुरु जी ने पिता जी ने कहा कि आप जो भी शगन देना होंगे 40 दिन बाद 50 दिन बाद कि आप कृष्णा के घर जाके आना। तो फिर गुरु जी के डैडी कुछ समान सीगा वो कृष्णा के घर गए, दे के आए। ये भी एक सीखने वाली गल है कि भैन भरा नाल प्यार करो, मां बाप की सेवा करो। जो गुरु जी ने सत्संग तो नहीं करते थे
लेकिन गुरु जी के एक्शन से सानू बहुत कुछ सिखाता। गुरु जी सन 1996 के 97 ਦੇ ਵਿੱਚ ਚੰਡੀਗੜ੍ਹ ਆ ਗਏ। ਪਿਤਾ ਜੀ ਵੀ ਚੰਡੀਗੜ੍ਹ ਆ ਗਏ। ਇੱਥੇ ਰਸ਼ ਬਹੁਤ ਰਹਿੰਦਾ ਸੀ, ਸੰਗਤ ਬਹੁਤ ਵੱਧ ਗਈ। ਗੁਰੂ ਜੀ ਨੂੰ ਕਿਹਾ, ਗੁਰੂ ਜੀ ਪਿਤਾ ਜੀ ਨੇ ਗੁਰੂ ਜੀ ਨੂੰ ਕਿਹਾ, ਗੁਰੂ ਜੀ ਮੈਂ ਕੋਈ ਗੱਲ ਕਰਨੀ ਹੈ, ਮੈਨੂੰ ਕੋਈ ਟਾਈਮ ਦਿਓ। ਕਹਿੰਦੇ ਅੱਛਾ, ਫਿਰ ਐਂ ਕਰੀ ਤੂੰ ਸਵੇਰੇ ਨਾ 4 ਵਜੇ ਰੋਜ਼ ਗਾਰਡਨ ਆ ਜੀ। ਉਹਨਾਂ ਨੂੰ ਪਤਾ ਸੀ ਅੰਕਲ ਜੀ 4 ਵਜੇ ਉੱਠਣਾ ਔਖਾ ਹੈ, ਪਰ ਜੋ ਟਾਈਮ ਗੁਰੂ ਜੀ ਨੇ ਦਿੱਤਾ ਸੀਗਾ ਪਹੁੰਚਣਾ ਸੀਗਾ, ਗੁਰੂ ਜੀ ਪੰਕਚੁਅਲ ਬਹੁਤ ਸੀ। 4 ਵਜੇ ਪਹੁੰਚ ਗਏ, ਹਨੇਰਾ। ਹੁਣ ਏਡੇ ਵੱਡੇ ਰੋਜ਼ ਗਾਰਡਨ ਦੇ ਵਿੱਚ ਹੁਣ ਗੁਰੂ ਜੀ ਨੂੰ ਲੱਭੀ ਕਿਵੇਂ, ਕੋਈ ਕੰਟੈਕਟ ਨੰਬਰ ਨਹੀਂ। ਅਸੀਂ ਉਹ ਵਾਕਿੰਗ ਟਰੈਕ ਤੇ ਪਹੁੰਚ ਗਏ। ਜਦੋਂ ਉੱਥੇ ਪਹੁੰਚੇ ਹਾਂ ਤਾਂ ਫ੍ਰੈਗਨੈਂਸ ਆਈ। ਪਿਤਾ ਜੀ ਨੇ ਕਿਹਾ ਆਪਾਂ ਹੋਰ ਕਿਤੇ ਨਹੀਂ ਜਾਂਦੇ, ਇੱਥੇ ਹੀ ਖੜ ਜਾਂਦੇ ਆ, ਜਾਂ ਤਾਂ ਇੱਥੋਂ ਗੁਰੂ ਜੀ ਮੰਗ ਕੇ ਗਏ ਆ ਤੇ ਜਾਂ ਆਉਣ ਵਾਲੇ ਆ। ਸੰਗਤ ਜੀ ਕੁਛ ਸੈਕਿੰਡ ਬਾਅਦ ਉਸ ਹਨੇਰੇ ਵਿੱਚੋਂ ਗੁਰੂ ਜੀ ਦੀ ਰੂਹਾਨੀ ਆਵਾਜ਼ ਸੁਣਾਈ ਦਿੱਤੀ। ਉਹਨਾਂ ਦੇ ਨਾਲ ਇੱਕ ਸੰਗਤ ਸੀ। ਜਦੋਂ ਗੁਰੂ ਜੀ ਆਏ, ਪੈਰੀ ਹੱਥ ਲਾਏ, ਹਾਲ ਚਾਲ ਉਹਨਾਂ ਨੇ ਪੁੱਛਿਆ, ਕੀ ਹਾਲ ਅੰਕਲ ਜੀ, ਠੀਕ ਹੈ। ਸਾਈਡ ਤੇ ਚਲੇ ਗਏ, ਕੀ ਗੱਲ ਕੀਤੀ, ਚਲੋ ਗੱਲ ਹੋ ਗਈ। ਫਿਰ ਕਹਿੰਦੇ ਆਓ ਅੰਕਲ ਜੀ ਸੈਰ ਕਰੀਏ। ਤੇ ਮੇਰੇ ਪਿਤਾ ਜੀ ਨੇ ਹੱਥ ਜੋੜ ਲਏ, ਕਹਿੰਦੇ ਗੁਰੂ ਜੀ ਮੈਂ ਤੁਹਾਡੇ ਨਾਲ ਸੈਰ ਨਹੀਂ ਕਰ ਸਕਦਾ, ਤੁਸੀਂ ਬਹੁਤ ਤੇਜ਼ ਚੱਲਦੇ। ਗੁਰੂ ਜੀ ਹੱਸਣ ਲੱਗੇ, ਅੱਛਾ ਕੋਈ ਗੱਲ ਨਹੀਂ। ਮੈਂ ਗੱਲ ਪੱਲੇ ਬੰਨ ਲਈ, ਪੱਲੇ ਬੰਨ ਲਈ। ਮੈਂ ਤਾਂ ਉਦੋਂ ਤੋਂ ਹੀ ਸੈਰ ਸਟਾਰਟ ਕਰਤੀ ਤੇ ਹੁਣ ਤੱਕ ਜਾਰੀ ਹੈ। ਗੁਰੂ ਜੀ ਦੀਆਂ ਬਹੁਤ ਸਾਰੀਆਂ ਚੀਜ਼ਾਂ ਅਡਾਪਟ ਕੀਤੀਆਂ, ਕਰ ਭਲਾ ਹੋ ਭਰਾ, ਕਿਸੇ ਨੂੰ ਦਰਦ ਹੋ ਰਿਹਾ ਉਹਨੂੰ ਮਹਿਸੂਸ ਕਰੋ। ਸੰਗਤ ਜੀ ਇੱਕ ਸਤਸੰਗ ਹੈ 1993 ਦਾ, ਪਿਤਾ ਜੀ ਟ੍ਰਾਂਸਫਰ ਗੁਰਦਾਸਪੁਰ ਹੋ ਗਈ। ਸਮਾਨ ਦੇ ਵਿੱਚ ਇਹਨਾਂ ਦੇ ਕੱਪੜੇ ਇੱਧਰ ਉੱਧਰ ਹੋ ਗਏ, ਉਹਦੇ ਵਿੱਚ ਅੰਡਰ ਗਾਰਮੈਂਟਸ ਬੈਠ ਗਈ। ਇਹਨਾਂ ਨੇ ਸੇਵਾਦਾਰ ਨੂੰ ਭੇਜਿਆ ਕਿ ਜਾ ਬਾਜ਼ਾਰੋਂ ਲਿਆ, ਚੰਡੀਗੜ੍ਹ ਜਾਣਾ। ਉਹ ਲਿਆ, ਬ੍ਰੀਫਕੇਸ ਤਿਆਰ ਕਰ ਹੋ ਗਿਆ। ਸੋਚਿਆ ਸੀਗਾ ਕਿ ਗੁਰੂ ਜੀ ਨੂੰ ਮਿਲ ਕੇ ਫਿਰ ਚੰਡੀਗੜ੍ਹ ਜਾਣਾ, ਰਸਤਾ ਵੀ ਸ਼ਾਇਦ ਉਹੀ ਹੈ। ਗੁਰੂ ਜੀ ਦੇ ਮੰਦਿਰ ਪਹੁੰਚ ਗਏ, ਸ਼ੂਜ਼ ਲਾ ਕੇ ਅੰਦਰ ਗਏ ਆ, ਮੱਥਾ ਟੇਕਣ ਹੀ ਲੱਗੇ ਸੀਗੇ। ਗੁਰੂ ਜੀ ਕਹਿੰਦੇ ਹਾਂ ਫਿਰ ਕੱਚੇ ਕੋਈ ਬੈਠਾ। ਜੈ ਗੁਰੂ ਜੀ। ਮੇਰੇ ਪਿਤਾ ਜੀ ਨੇ ਗੁਰੂ ਜੀ ਨੂੰ ਸਵਾਲ ਪੁੱਛਿਆ ਕਿ ਗੁਰੂ ਜੀ ਇਹ ਤਾਂ ਗੱਲ ਠੀਕ ਹੈ ਕਿ ਗਵਾਚੇ ਵੀ ਹੈ, ਇਹ ਵੀ ਗੱਲ ਠੀਕ ਹੈ ਮੈਂ ਨਵੇਂ ਲਿਆਇਆ, ਪਰ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਦੱਸੋ। ਗੁਰੂ ਜੀ ਨੇ ਕਿਹਾ ਐਵੇਂ ਹੀ ਹੈ ਫਿਰ। 10-15 ਮਿੰਟ ਬੈਠੇ ਉੱਥੇ, ਕਿਉਂਕਿ ਚੰਡੀਗੜ੍ਹ ਜਾਣਾ ਸੀਗਾ। ਗੁਰੂ ਜੀ ਨੂੰ ਦੱਸਤਾ ਸੀਗਾ। ਗੁਰੂ ਜੀ ਕਮਰੇ 'ਚ ਲੈ ਗਏ ਆਪਦੇ, ਤੇ ਅਲਮਾਰੀ 'ਚੋਂ ਗੁਰੂ ਜੀ ਨੇ ਆਪਣੇ 2 ਪੇਅਰ ਕੱਢ ਕੇ ਦਿੱਤੇ ਅੰਡਰਵੀਅਰ ਦੇ। ਜੈ ਗੁਰੂ ਜੀ। ਉਸ ਤੋਂ ਬਾਅਦ ਸੰਨ 1997 ਵਿੱਚ ਮੇਰੀ ਮੈਰਿਜ ਹੋ ਜਾਂਦੀ ਹੈ ਤੇ 98 ਦੇ ਵਿੱਚ ਮੰਮੀ ਕਹਿੰਦੇ ਚਲੋ ਗੁਰੂ ਜੀ ਨੂੰ ਮੱਥਾ ਟੇਕ ਆਈਏ। ਅਸੀਂ ਦਿੱਲੀ ਚਲੇ ਗਏ, ਅੰਪਾਇਰ ਸਟੇਟ, ਮੱਥਾ ਟੇਕਿਆ। ਹਾਂ ਮਾਇਆ ਆਂਟੀ ਪੁੱਤਰਾ ਲੈਣਾ ਹੀ ਹੈ। ਮੰਮੀ ਨੇ ਕਿਹਾ ਹਾਂਜੀ। ਕਹਿੰਦੇ ਨੋਟ ਤੜਾਇਆ ਤੇ ਗਿਆ, ਮੁੰਡਾ ਵਿਆਹ ਤੇ ਗਿਆ। ਹੱਸ ਪਏ ਸਾਰੇ ਜਣੇ, ਗੁਰੂ ਜੀ ਹਸਾਉਂਦੇ ਬਹੁਤ ਸੀਗੇ, ਬੜਾ ਮਜ਼ਾਕ ਕਰਦੇ ਸੀਗੇ। ਕਹਿੰਦੇ ਇਹ ਸ਼ੰਕਰ ਹੈ, ਇਹ ਗੌਰੀ ਹੈ, ਗਣੇਸ਼ ਲੈਣ ਆਏ ਹੋ। ਉਸ ਵਕਤ ਗੁਰੂ ਜੀ ਨੂੰ ਖੈਰ ਕੁਛ
ਪ੍ਰੋਬਲਮ ਪਤਾ ਨਹੀਂ ਸੀਗਾ ਕਿ ਕੀ ਆਂਟੀ ਦੇ ਕੀ ਪ੍ਰੋਬਲਮ ਹੈ। ਮੰਮੀ ਨੂੰ ਵੀ ਘੱਟ ਹੀ ਪਤਾ ਸੀਗਾ, ਲੇਕਿਨ 1 ਸਾਲ ਬਾਅਦ ਬੇਟਾ ਹੋਇਆ। ਗੁਰੂ ਜੀ ਦੀ ਕਿਰਪਾ, ਸਭ ਠੀਕ ਚੱਲ ਰਿਹਾ ਹੈ। ਇੱਕ ਸਤਸੰਗ ਹੋਰ ਛੋਟਾ ਜਿਹਾ ਸ਼ੇਅਰ ਕਰੂੰਗਾ। अंकल जी टाइम है? जी अंकल, हमारे पास टाइम काफी है। ओके। ਜਲੰਧਰ ਮੰਦਿਰ ਦੇ ਵਿੱਚ ਗੁਰੂ ਜੀ ਦੇ ਕੋਲ ਗਏ ਤੇ ਜਦੋਂ ਐਂਟਰ ਕੀਤਾ, ਪਿਤਾ ਜੀ ਦਾ ਨਾ ਧਿਆਨ ਗੁਰੂ ਜੀ ਦੇ ਜੋ ਬੈਠਦੇ ਸੀ ਉਹਨਾਂ ਸਾਈਡ ਤੇ ਪੌਟਸ ਪਏ ਸੀਗੇ, ਇਹ ਧਿਆਨ ਚਲਾ ਗਿਆ। ਮਨ ਚ ਸੋਚਿਆ ਪਰ ਸੋਹਣੇ ਆ, ਬਸ ਇੰਨਾ ਧਿਆਨ ਗਿਆ। ਬੈਠੇ ਰਹੇ, ਲੰਗਰ ਪ੍ਰਸ਼ਾਦ ਕੀਤਾ, ਚਲੇ ਗਏ। ਬਾਹਰ ਹਜੇ ਜਾ ਹੀ ਰਹੇ ਸੀਗੇ, ਪਿੱਛੋਂ ਸੁਦਾਮਾ ਭੱਜਿਆ ਆਇਆ। ਕਹਿੰਦੇ ਅੰਕਲ ਜੀ ਤੁਹਾਨੂੰ ਗੁਰੂ ਜੀ ਨੇ ਬੁਲਾਇਆ। ਅੱਛਾ, ਹੁਣੀ ਤਾਂ ਮਿਲ ਕੇ ਆਏ ਸੀਗੇ, ਕੀ ਗੱਲ ਹੋ ਗਈ? ਅੰਦਰ ਗਏ ਆ, ਕਹਿੰਦੇ ਆਇਆ ਕਰੋ ਅੰਕਲ ਜੀ, ਆਪ ਪੌਟ ਲੈ ਜਾਓ। ਜੈ ਗੁਰੂ ਜੀ। ਗੁਰੂ ਜੀ ਤਾਂ ਅੰਤਰਯਾਮੀ, ਮਨ ਦੀ ਜਾਣ ਲੈਂਦੇ ਆ। ਮੈਂ ਸੰਗਤ ਜੀ ਇਹ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਗੁਰੂ ਜੀ ਦੇ ਪਿਆਰ ਦੇ ਵਿੱਚ ਦੀਵਾਨੇ ਹੋ ਜਾਂਦੇ ਹਾਂ ਤਾਂ ਸਾਨੂੰ ਹਰ ਜ਼ਰੇ ਦੇ ਵਿੱਚ, ਹਰ ਸ਼ੈ ਦੇ ਵਿੱਚ ਗੁਰੂ ਜੀ ਨਜ਼ਰ ਆਉਂਦੇ ਆ। ਇੱਥੋਂ ਤੱਕ ਕਿ ਜਦੋਂ ਅਸੀਂ ਇਕੱਲੇ ਵੀ ਬੈਠੇ ਹੋਈਏ ਨਾ, ਤਾਂ ਵੀ ਅਸੀਂ ਉਹਨਾਂ ਨਾਲ ਹੀ ਗੱਲਾਂ ਕਰਦੇ ਰਹਿੰਦੇ ਹਾਂ ਔਰ ਟਾਈਮ ਦਾ ਪਤਾ ਹੀ ਨਹੀਂ ਲੱਗਦਾ। ਔਰ ਗੁਰੂ ਜੀ ਨੇ ਇੰਨੀ ਕਿਰਪਾ ਕੀਤੀ ਹੈ, ਇੰਨੀ ਕਿਰਪਾ ਕੀਤੀ ਹੈ ਕਿ ਦਿਨ ਕਦੋਂ ਲੰਘ ਗਿਆ, ਰਾਤ ਕਦੋਂ ਆ ਗਈ, ਤੇ ਰਾਤ ਕਦੋਂ ਲੰਘ ਗਈ, ਦਿਨ ਕਦੋਂ ਆ ਗਿਆ। 2 ਲਾਈਨਾਂ ਮੈਂ ਹਿੰਦੀ ਦੀਆਂ ਤੋਂ ਕੋਈ ਪੜ੍ਹਨ ਲੱਗਿਆ गुरु जी वास्ते। तू इस तरह से मेरी जिंदगी में शामिल है। गुरु जी, तू इस तरह से मेरी जिंदगी में शामिल है, जहां भी जाऊं तो ये लगता है तेरी महफिल है। जय गुरु जी। गुरु जी की महिमा का कितना बखान करिए, लफ्ज ही नहीं है। गुरु जी का इन्ना स्ट्रॉन्ग ਔਰਾ ਸੀਗਾ, ਉਹ ਇੱਕ ਮੈਗਨੇਟ ਜਿਸ ਤਰ੍ਹਾਂ ਹੁੰਦਾ ਨਾ, ਕੋਲੇ ਬੈਠ ਜਾਂਦੇ ਤਾਂ ਤੁਹਾਡਾ ਹਿੱਲਣ ਨੂੰ ਦਿਲ ਨਹੀਂ ਕਰਦਾ ਸੀਗਾ। ਕਿਉਂਕਿ ਸੰਗਤ ਜੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਅਸੀਂ ਜਾਂਦੇ ਸੀਗੇ ਬਾਹਰੋਂ ਬੜੀਆਂ ਪ੍ਰੋਬਲਮਸ, ਮਾਈਂਡ ਤੇ ਬੜੀਆਂ ਟੈਨਸ਼ਨਸ, ਵਰੀਜ਼, ਔਰ ਜਦੋਂ ਹੀ ਅੰਦਰ ਜਾਂਦੇ ਸੀਗੇ ਉਹ ਸਾਰੀਆਂ ਪਤਾ ਨਹੀਂ ਕਿੱਥੇ ਚਲੀਆਂ ਜਾਂਦੀਆਂ ਸੀਗੀਆਂ। ਗੁਰੂ ਜੀ ਆਪਣੀ ਸੰਗਤ ਦਾ ਬਹੁਤ ਖਿਆਲ ਰੱਖਦੇ ਸੀਗੇ, ਬਹੁਤ ਪੇਨ ਲੈਂਦੇ ਸੀਗੇ। ਮੈਨੂੰ ਸਮਝ ਲੱਗਦੀ ਹੈ ਕਿ ਜਿਹੜੀ ਵੀ ਸੰਗਤ ਜਾਂਦੀ ਸੀਗੀ, ਗੁਰੂ ਜੀ ਕਹਿੰਦੇ ਸੀਗੇ ਤੂੰ ਲੈ, ਤੂੰ ਆਪਣੀਆਂ ਸਾਰੀਆਂ ਜਿਹੜੀਆਂ ਟੈਨਸ਼ਨਾਂ ਨਾ, ਪ੍ਰੋਬਲਮ ਹੈ, ਲੈ ਮੇਰੀ ਝੋਲੀ ਚ ਪਾ ਦੇ ਤੇ ਤੂੰ ਕਰ ਐਸ਼, ਨੱਚ ਟੱਪ ਗਾ। ਉਹਨਾਂ ਦਾ ਨੂਰ ਇੰਨਾ ਜ਼ਿਆਦਾ ਸੀਗਾ, ਇੰਨਾ ਮਨ ਭਾਵਨਾ ਸੀਗਾ ਕਿ ਉਹਨਾਂ ਦੇ ਚਿਹਰੇ ਤੋਂ ਅੱਖਾਂ ਹੀ ਨਹੀਂ ਹਟਦੀਆਂ ਸੀਗੀਆਂ। ਉਹ ਜਿਹੜੀ ਡਿਵਾਈਨ ਰੇਜ਼ ਜਿਹੜੀਆਂ ਉਹਨਾਂ ਤੋਂ ਨਿਕਲਦੀਆਂ ਸੀਗੀਆਂ, ਉਹ ਸਾਨੂੰ ਤਾਂ ਠੰਡਕ ਪਹੁੰਚਾਉਂਦੀਆਂ ਸੀਗੀਆਂ, ਉਹ ਆਤਮਾ ਤੱਕ ਲੈ ਜਾਂਦੀਆਂ ਸੀ। ਗੁਰੂ ਜੀ ਦੀ ਮਹਿਮਾ ਅਪਰੰਪਾਰ ਹੈ। ਗੁਰੂ ਜੀ ਬਹੁਤ ਹੀ ਸਿੰਪਲਿਸਿਟੀ ਚ ਵਿਸ਼ਵਾਸ ਕਰਦੇ ਸੀਗੇ, ਬੜੀ ਡਿਸਿਪਲਿਨ ਲਾਈਫ ਸੀਗੀ। ਜਦੋਂ ਮੈਂ ਰਾਤ ਨੂੰ ਉਹਨਾਂ ਕੋਲ ਰਿਹਾ ਸੀ ਤੇ ਸਵੇਰੇ ਜਦੋਂ ਚਾਹ ਬਣਾਉਣ ਲੱਗਿਆ, ਸਾਰੀ ਕਿਚਨ ਸਾਫ਼, ਰਾਤ ਨੂੰ ਕੋਈ ਭਾਂਡਾ ਜੂਠਾ ਨਹੀਂ ਛੱਡਦੇ ਸੀਗੇ, ਪੰਕਚੁਅਲ ਬਹੁਤ ਸੀਗੇ। ਗੁਰੂ ਜੀ ਪ੍ਰੈਕਟੀਕਲ ਬਹੁਤ ਸੀਗੇ, ਉਹ ਵਹਿਮਾਂ ਤੋਂ ਬਹੁਤ ਦੂਰ ਸੀਗੇ। ਇੱਕ ਵਾਰੀ ਕਿਸੇ ਆਂਟੀ ਦਾ ਫੋਨ ਆਉਂਦਾ ਗੁਰੂ ਜੀ ਨੂੰ ਕਿ ਗੁਰੂ ਜੀ ਮੈਂ ਪਾਠ ਕਰਨਾ, ਮੈਨੂੰ ਪੀਰੀਅਡ ਆਏ ਹੋਏ। ਗੁਰੂ ਜੀ ਕਹਿੰਦੇ ਫਿਰ ਕੀ ਹੈ, ਤੂੰ ਪਾਠ ਕਰ। ਇਹਨਾਂ ਵਹਿਮਾਂ
ਚ ਨਹੀਂ ਫਸੀਦਾ ਹੁੰਦਾ। ਉਹ ਕਹਿੰਦੀ ਠੀਕ ਹੈ ਜੀ। ਬੜੇ ਪ੍ਰੈਕਟੀਕਲ ਗੁਰੂ ਸੀਗੇ। ਕਦੇ ਕਦੇ ਜਦੋਂ ਸ਼ੂਜ਼ ਪੈਂਟ ਸ਼ਰਟ ਪਾ ਕੇ ਆਉਂਦੇ ਸੀ, ਕਹਿੰਦੇ ਦੇਖਿਆ ਮਾਡਰਨ ਗੁਰੂ ਰਿਚੁਅਲ ਚ ਵਿਸ਼ਵਾਸ ਨਹੀਂ ਕਰਦੇ ਸੀ। ਮੈਂ ਆਪਣਾ ਸਤਸੰਗ 2 ਲਾਈਨਾਂ ਚ ਖਤਮ ਕਰੂੰਗਾ। ਅੱਛਾ, ਇੱਕ ਹੋਰ ਗੁਰੂ ਜੀ ਦੀ ਹੌਸਪਿਟੈਲਿਟੀ ਦੇ ਬਹੁਤ ਕੀ ਉਹਨਾਂ ਦਾ ਵਿਖਿਆਨ ਕਰੀਏ। ਗੁਰੂ ਜੀ ਦੇ ਜਦੋਂ ਬ੍ਰਦਰ ਐਕਸਪਾਇਰ ਹੋਏ ਤਾਂ ਅਸੀਂ ਦੁਗਰੀ ਮੰਦਿਰ ਗਏ। ਮੈਂ, ਪਿਤਾ ਜੀ, 2-4 ਹੋਰ ਸੰਗਤਾਂ ਸੀਗੀਆਂ। ਅਸੀਂ 3-4 ਦਿਨ ਰਹੇ ਉੱਥੇ। ਸੰਗਤ ਜੀ, ਗੁਰੂ ਜੀ ਆਪ ਖਾਣਾ ਬਾਅਦ ਚੋਂ ਖਾਂਦੇ ਸੀਗੇ। ਪਹਿਲਾਂ ਕਹਿੰਦੇ ਜਿਹੜੇ ਬੈਠੇ ਆ ਨਾ ਬਾਹਰ, ਉਹਨਾਂ ਨੂੰ ਦੇਖਿਆ ਕਿੰਨਾ ਖਿਆਲ ਰੱਖਦੇ ਸੀਗੇ। ਉਹ 4-5 ਦਿਨ ਰਹੇ ਆ ਬਾਹਰ, ਉੱਥੇ ਮੰਜੇ ਤੇ ਬਹਿਣਾ। ਗਰਮੀਆਂ ਦਾ ਦਿਨ ਸੀਗਾ, ਬਾਹਰ ਟੇਬਲ ਤੇ ਹੀ ਨਹਾ ਲੈਣਾ। ਉਹ ਇੰਨਾ ਖਿਆਲ ਰੱਖਣਾ, ਇੰਨਾ ਖਿਆਲ ਰੱਖਣਾ। ਸੰਗਤ ਨੂੰ ਬਹੁਤ ਹੀ ਪ੍ਰਾਇੋਰਟੀ ਦਿੰਦੇ ਸੀਗੇ। ਸੰਗਤ ਜੀ, ਅੱਜ ਦਾ ਟਾਈਮ ਬਹੁਤ ਮਾੜਾ ਚੱਲ ਰਿਹਾ ਹੈ ਔਰ ਇਸ ਬੁਰੇ ਵਕਤ ਦੇ ਵਿੱਚ ਬਹੁਤ ਹੀ ਆਪਣੇ ਬੜੇ ਹੀ ਨੇੜੇ ਕਿਸੇ ਦੇ ਮਾਂ, ਪਿਓ, ਭੈਣ, ਭਰਾ ਵਿਛੋੜਾ ਦੇ ਗਏ। ਗੁਰੂ ਜੀ ਉਹਨਾਂ ਦੇ ਸਾਰੇ ਆਤਮਾ ਨੂੰ ਸ਼ਾਂਤੀ ਦਿਓ। ਜਿਹੜੇ ਪਰਿਵਾਰ ਦੇ ਮੈਂਬਰ ਹੈ ਉਹਨਾਂ ਨੂੰ ਹਿੰਮਤ ਬਖਸ਼ੋ, ਬਲ ਬਖਸ਼ੋ। ਜਿਹੜੇ ਸੰਗਤਾਂ ਦੇ ਵਿੱਚ ਕੋਈ ਬੰਦਾ ਹੌਸਪੀਟਲ ਚ ਹੈ, ਉਹਨਾਂ ਨੂੰ ਛੇਤੀ ਤੋਂ ਛੇਤੀ ਠੀਕ ਕਰਕੇ ਘਰ ਲਿਆਓ। ਬਲੈਸਿੰਗਸ ਤੁਹਾਡੀਆਂ ਹਮੇਸ਼ਾ ਸਾਡੇ ਨਾਲ ਹੈ। ਲੱਖ ਲੱਖ ਸ਼ੁਕਰਾਨਾ ਗੁਰੂ ਜੀ। ਬਸ ਮੈਂ ਲਾਸਟ ਦੇ ਵਿੱਚ ਤਾਂ यही कहूंगा कि प्रभु डोरी हाथ तुम्हारे। लख लख शुकराना। जय गुरु जी, जय गुरु जी।